ਕਾਂਗਰਸ ਆਗੂ ਤੇ ਸਾਬਕਾ ਕੈਬਨਿਟ ਮੰਤਰੀ ਗੁਰਕੀਰਤ ਕੋਟਲੀ ਜੁੜ ਗਏ ਨੇ। ਕੋਟਲੀ ਜੀ, ਸਵਾਗਤ ਹੈ ਨਿਊਜ਼ 18 ਪੰਜਾਬ ਤੇ। ਜੀ ਤੁਸੀਂ ਇਸ ਖਬਰ ਨੂੰ ਕਿਵੇਂ ਦੇਖ ਰਹੇ ਹੋ? ਸਵੇਰੇ 3 ਵਜੇ ਗ੍ਰਿਫਤਾਰੀ ਹੋਈ ਹੈ ਸਾਧੂ ਸਿੰਘ ਧਰਮਸੋਤ ਦੀ, ਕਿਵੇਂ ਦੇਖ ਰਹੇ ਹੋ ਤੁਸੀਂ ਇਸ ਪੂਰੇ ਮਾਮਲੇ ਨੂੰ? ਐਸਸੀ ਸਕਾਲਰਸ਼ਿਪ ਘੁਟਾਲੇ ਦੇ ਪਹਿਲਾਂ ਵੀ ਇਲਜ਼ਾਮ ਲੱਗਦੇ ਰਹੇ ਨੇ, ਲੇਕਿਨ ਹੁਣ ਨਵਾਂ ਮਾਮਲਾ ਵੀ ਸਾਹਮਣੇ ਆ ਰਿਹਾ ਕਿ ਜੰਗਲਾਤ ਮੰਤਰੀ ਰਹਿੰਦਿਆਂ ਦਰਖਤ ਕੱਟੇ ਜਾਂਦੇ ਸੀ, ਨਵੇਂ ਦਰਖਤ ਲਗਾਏ ਜਾਂਦੇ ਸੀ, ਉਸ ਦੇ ਵਿੱਚ ਵੀ ਘਪਲਾ ਕੀਤਾ ਜਾਂਦਾ ਸੀ। देखो, जिथों तक करप्शन का सवाल आ ਉਹਦੇ ਤੇ ਤਾਂ ਸਾਡੀ ਪਾਰਟੀ ਦਾ ਇਹ ਫਰਮ ਸਟੈਂਡ ਹੈ ਕਿ ਸਾਡਾ ਜ਼ੀਰੋ ਟੋਲਰੈਂਸ ਆ। ਅਸੀਂ ਕਦੇ ਵੀ ਜਦੋਂ ਵੀ ਸਾਡੀਆਂ ਸਰਕਾਰਾਂ ਰਹੀਆਂ ਅਸੀਂ ਭ੍ਰਿਸ਼ਟਾਚਾਰ ਨੂੰ ਨੱਥ ਪਾਉਣ ਦੀ ਆਪਣੀ ਪੂਰੀ ਸਾਡੀ ਨੀਤੀ ਜਿਹੜੀ ਆ ਬੜੀ ਸਖਤ ਸੀਗੀ। ਔਰ ਦੂਸਰੀ ਗੱਲ ਆ ਕਿ ਅੱਜ ਦੀ ਗੱਲ ਆ ਤੇ ਪੋਲੀਟੀਕਲ ਵੈਂਡੇਟਾ ਹੋ ਰਿਹਾ, ਔਰ ਖਾਸ ਕਰਕੇ ਇੱਕ ਟਾਰਗੇਟ ਕਰਕੇ ਲੋਕਾਂ ਨੂੰ ਜਾਣਬੁੱਝ ਕੇ ਫਸਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਇਹ ਬਹੁਤ ਹੀ ਮਾੜੀ ਗੱਲ ਹੈ। ਸਰਕਾਰ ਜਾਣਬੁੱਝ ਕੇ ਬਦਲਾਵ ਦੀ ਥਾਂ ਬਦਲੇ ਦੀ ਭਾਵਨਾ ਨਾਲ ਕੰਮ ਕਰ ਰਹੀ ਹੈ। ਮੈਂ ਸਮਝਦਾ ਕਿ ਬਿਲਕੁਲ ਹੀ ਇਹ ਜਾਣਬੁੱਝ ਕੇ, ਕਿਉਂਕਿ ਅੱਜ ਬਾਈ ਇਲੈਕਸ਼ਨ ਚੱਲ ਰਹੀ ਹੈ ਔਰ ਸਰਕਾਰ ਬਹੁਤ ਜ਼ਿਆਦਾ ਬੈਕਫੁੱਟ ਤੇ ਹੈ। ਇਸ ਨੂੰ ਮੱਦੇਨਜ਼ਰ ਰੱਖਦੇ ਹੋਏ ਅੱਜ ਮੈਂ ਕਹਿੰਦਾ ਜਲਦਬਾਜ਼ੀ 'ਚ ਕਾਰਵਾਈ ਹੋਈ। ਤੁਹਾਨੂੰ ਲੱਗਦਾ ਹੈ ਕਿ ਇਲਜ਼ਾਮਾਂ ਦੇ ਵਿੱਚ ਸੱਚ ਨਹੀਂ ਹੈ, ਸਿਰਫ ਪੋਲੀਟੀਕਲ ਵੈਂਡੇਟਾ ਹੈ? ਬਿਲਕੁਲ ਇਹ ਸਾਬਤ ਹੋਏਗਾ, ਤੁਹਾਡੇ ਸਾਹਮਣੇ ਆ। ਸੱਚ ਦਾ ਸੱਚ, ਝੂਠ ਦਾ ਝੂਠ ਸਾਹਮਣੇ ਆਏਗਾ। ਪਰ ਹੁਣ ਕਿਉਂਕਿ ਇਲੈਕਸ਼ਨ ਹੋ ਰਹੀ ਹੈ ਉੱਥੇ ਸੰਗਰੂਰ ਦੇ ਵਿੱਚ, ਤਾਂ ਕਿ ਲੋਕਾਂ ਦਾ ਧਿਆਨ ਹਟਾਉਣ ਦੇ ਲਈ ਜੋ ਨਾਕਾਮੀਆਂ ਸਰਕਾਰ ਦੀਆਂ ਰਹੀਆਂ, ਜੋ ਪਿਛਲੇ 2-2.5 ਮਹੀਨਿਆਂ ਦੇ ਵਿੱਚ ਕੋਈ ਵੀ ਵਾਅਦਾ ਪੂਰਾ ਨਹੀਂ ਹੋਇਆ, ਕੋਈ ਗਰੰਟੀ ਪੂਰੀ ਨਹੀਂ ਹੋਈ, ਸੋ ਇਸ ਕਰਕੇ ਅੱਜ ਲੋਕਾਂ ਨੂੰ ਇਹ ਗੁੰਮਰਾਹ ਕੁਨ ਇਸ ਤਰ੍ਹਾਂ ਦਾ ਪ੍ਰਚਾਰ ਕਰਕੇ ਪਹਿਲਾਂ ਆਪਣਾ ਮੰਤਰੀ ਟੰਗ ਦਿੱਤਾ ਗਿਆ, ਹੁਣ ਸਾਧੂ ਸਿੰਘ ਧਰਮਸੋਤ ਨੂੰ ਗ੍ਰਿਫਤਾਰ ਕਰ ਲਿਆ ਗਿਆ। ਸੋ ਇਹ ਜਿਹੜੀਆਂ ਗੱਲਾਂ ਨੇ ਇਹ ਪੋਲੀਟੀਕਲੀ ਐਂਗਲ ਤੋਂ ਜ਼ਿਆਦਾ ਲੱਗਦੀਆਂ ਨੇ ਔਰ ਇਹਦੇ ਪਿੱਛੇ ਸੱਚਾਈ ਕਿਤੇ ਨਜ਼ਰ ਨਹੀਂ ਆ ਰਹੀ। ਜੀ ਕੋਟਲੀ ਜੀ, ਜੁੜੇ ਰਹਿਣਾ। ਸਾਡੇ ਨਾਲ ਮਾਲਵਿੰਦਰ ਕੰਗ ਜੁੜ ਗਏ ਨੇ, ਆਮ ਆਦਮੀ ਪਾਰਟੀ ਦੇ ਮੁੱਖ ਬੁਲਾਰੇ ਨੇ। ਕੰਗ ਜੀ, ਸਵਾਗਤ ਹੈ ਨਿਊਜ਼ 18 ਪੰਜਾਬ ਤੇ। ਇਸ ਕਾਰਵਾਈ ਨੂੰ ਤੁਸੀਂ ਕਿਵੇਂ ਦੇਖ ਰਹੇ ਹੋ? ਦੂਸਰਾ, ਕਾਂਗਰਸ ਆਗੂ ਗੁਰਕੀਰਤ ਕੋਟਲੀ ਸਾਡੇ ਨਾਲ ਜੁੜੇ ਹੋਏ ਨੇ। ਉਹ ਕਹਿ ਰਹੇ ਨੇ ਪੋਲੀਟੀਕਲ ਵੈਂਡੇਟਾ ਹੈ, ਬਾਈ ਇਲੈਕਸ਼ਨ ਆ ਰਹੀ ਹੈ ਤੇ ਉਸ ਦੇ ਵਿੱਚ ਇੱਕ ਸਟੇਟਮੈਂਟ ਇੱਕ ਕਿਸਮ ਦੀ ਦੇਣ ਦੀ ਕੋਸ਼ਿਸ਼ ਹੋ ਰਹੀ ਹੈ ਕਿ ਦੇਖੋ ਅਸੀਂ ਸਾਬਕਾ ਮੰਤਰੀ ਨੂੰ ਗ੍ਰਿਫਤਾਰ ਕਰ ਲਿਆ। ਦੇਖੋ ਅਰਸ਼ਦੀਪ, ਸਰਦਾਰ ਭਗਵੰਤ ਸਿੰਘ ਮਾਨ ਹੋਣਾ ਨੂੰ ਜਿਹੜਾ ਪੰਜਾਬ ਦੇ ਲੋਕਾਂ ਨੇ ਮੈਂਡੇਟ ਦਿੱਤਾ ਹੈ, ਉਹਦਾ ਸਭ ਤੋਂ ਵੱਡਾ ਜਿਹੜਾ ਕਾਰਨ ਸੀ ਜਿਹੜੀ ਲੁੱਟ ਖਸੁੱਟ ਹੋਈ ਹੈ ਪਿਛਲੇ ਸਾਲਾਂ 'ਚ, ਚਾਹੇ ਉਹ ਕਾਂਗਰਸ ਰੂਲ ਰਿਹਾ ਹੋਵੇ, ਚਾਹੇ ਅਕਾਲੀ ਦਲ ਬੀਜੇਪੀ ਦਾ ਰਿਹਾ ਹੋਵੇ। ਜਿਸ ਤਰੀਕੇ ਨਾਲ ਇਹਨਾਂ ਲੋਕਾਂ ਨੇ ਪੰਜਾਬ ਦਾ ਸਰਮਾਇਆ ਆਪਣੇ ਸੱਤਾ ਦੇ ਹੰਕਾਰ 'ਚ ਲੁੱਟਿਆ ਔਰ ਕਰਪਟ ਰੂਲ ਦਿੱਤਾ ਹੈ, ਲੋਕ ਉਹ ਤੋਂ ਨਿਜਾਤ ਪਾਉਣਾ ਚਾਹੁੰਦੇ ਆ। ਲੋਕ ਜਿਹੜੇ ਲੋਕ ਜ਼ਿੰਮੇਵਾਰ ਹੈ ਪੰਜਾਬ ਨੂੰ ਲੁੱਟ ਖਸੁੱਟ 'ਚ, ਉਹਨਾਂ ਨੂੰ ਸਜ਼ਾ ਮਿਲਣੀ ਵੇਖਣਾ ਚਾਹੁੰਦੇ ਆ। ਸੋ ਮਾਨ ਸਾਹਿਬ ਦੀ ਸਰਕਾਰ ਦਾ ਜਿਹੜਾ ਜ਼ੀਰੋ ਟੋਲਰੈਂਸ ਦਾ ਜਿਹੜਾ ਕਮਿਟਮੈਂਟ ਹੈ ਕਰਪਸ਼ਨ ਦੇ ਖਿਲਾਫ, ਉਹ ਆਪਣਾ ਕੰਮ ਕਰ ਰਹੀ ਹੈ ਸਰਕਾਰ। ਇਹ ਤੇ ਸਭ ਹੋਣਾ ਹੀ ਹੈ, ਇਹਦੇ ਉੱਤੇ ਬਹੁਤ ਕੁਝ ਹੋਣਾ ਹੈ ਅਜੇ। ਬੜੇ ਜਿਹੜੇ ਲੋਕ ਆਉਣੇ ਆ ਆਉਣ ਵਾਲੇ ਟਾਈਮ 'ਚ, ਜਿਨ੍ਹਾਂ ਨੂੰ ਜਿਹੜੇ ਪ੍ਰਚਾਰ ਕਰਦੇ ਸੀ ਨਾ ਫਾਈਲਾਂ, ਕਦੀ ਰੰਧਾਵਾ ਸਾਹਿਬ ਕਹਿੰਦੇ ਮੇਰੇ ਕੋ ਪਈਆਂ, ਕੈਪਟਨ ਸਾਹਿਬ ਕਹਿੰਦੇ ਮੇਰੇ ਕੋ ਪਈਆਂ, ਇਹ ਤੇ ਇੱਕ ਦੂਜੇ ਨੂੰ ਬਲੈਕਮੇਲ ਹੀ ਕਰਦੇ ਰਹੇ ਆ। ਅਸਲ 'ਚ ਤੇ ਕਾਰਵਾਈ ਮਾਨ ਸਾਹਿਬ ਦੀ ਸਰਕਾਰ ਨੇ ਕਰਨੀ ਹੈ ਔਰ ਇਹ ਪੰਜਾਬ ਦੇ ਲੋਕਾਂ ਦੇ ਪ੍ਰਤੀ ਸਾਡੀ ਜ਼ਿੰਮੇਵਾਰੀ ਵੀ ਹੈ ਕਿ ਜਿਹੜੇ ਪੰਜਾਬ ਦੇ ਸਰਮਾਏ ਨੂੰ ਲੁੱਟ ਖਸੁੱਟ ਲਈ ਜ਼ਿੰਮੇਵਾਰ ਲੋਕ ਹੈ, ਉਹਨਾਂ ਨੂੰ ਸਜ਼ਾ ਕਾਨੂੰਨ ਦੇ ਆਧਾਰ ਨਾਲ ਮਿਲੇ। ਜੀ ਕੰਗ ਜੀ, ਜੁੜੇ ਰਹਿਣਾ। ਗੁਰਕੀਰਤ ਕੋਟਲੀ ਸਾਡੇ ਨਾਲ ਜੁੜੇ ਹੋਏ ਨੇ। ਕੋਟਲੀ ਜੀ, ਕੀ ਕਹਿਣਾ ਚਾਹੋਗੇ? ਇੱਕ ਅਹਿਮ ਚੀਜ਼ ਜੋ ਕੰਗ ਜੀ ਕਹਿ ਰਹੇ ਨੇ ਕਿ ਫਾਈਲਾਂ ਦੀ ਲਗਾਤਾਰ ਗੱਲ ਕੀਤੀ ਗਈ ਹੈ। ਕੈਪਟਨ ਅਮਰਿੰਦਰ ਸਿੰਘ ਕਹਿ ਰਹੇ ਸੀ ਕਿ ਜਿਹੜੇ ਮੰਤਰੀ ਨੇ, ਬਹੁਤ ਸਾਰੇ ਮੰਤਰੀ ਮੇਰੀ ਸਰਕਾਰ ਦੇ ਵਿੱਚ ਜਾਂ ਬਹੁਤ ਸਾਰੇ ਵਿਧਾਇਕ ਅਜਿਹੇ ਸੀ ਜਿਨ੍ਹਾਂ ਨੇ ਘਪਲੇ ਕੀਤੇ, ਘੁਟਾਲੇ ਕੀਤੇ ਜਾਂ ਕਰਪਟ ਸੀਗੇ, ਮੇਰੇ ਕੋਲ ਲਿਸਟ ਪਈ ਹੈ। ਦੇਖੋ, ਇਹ ਤਾਂ ਐਵੇਂ ਇਲਜ਼ਾਮਬਾਜ਼ੀ ਹੈ ਹੁਣ, ਕਿਉਂਕਿ ਕੈਪਟਨ ਸਾਹਿਬ ਕਾਂਗਰਸ 'ਚ ਨਹੀਂ ਹੈਗੇ, ਇਸ ਕਰਕੇ ਉਹਨਾਂ ਨੂੰ ਜੋ ਸੂਟ ਕਰਦਾ ਉਹ ਉਹਨਾਂ ਨੇ ਗੱਲ ਕਰਨੀ ਹੈ। ਸੋ ਇਸ ਕਰਕੇ ਇਹ ਤਾਂ ਬਿਲਕੁਲ ਹੀ ਇਹਦਾ ਕੋਈ ਆਧਾਰ ਨਹੀਂ ਹੈਗਾ। ਕੋਈ ਨਹੀਂ, ਕਾਨੂੰਨ ਤੋਂ ਉੱਪਰ ਕੋਈ ਨਹੀਂ ਹੈਗਾ। ਕਾਨੂੰਨ ਜਿਹੜਾ ਆਪਣਾ ਕੰਮ ਕਰੇਗਾ, ਸਾਨੂੰ ਪੂਰਾ ਵਿਸ਼ਵਾਸ ਹੈ। ਅਗਰ ਕੋਈ ਗਲਤ ਕਿਸੇ ਨੇ ਕੰਮ ਕੀਤਾ ਤਾਂ ਉਹਨੂੰ ਸਜ਼ਾ ਮਿਲੇਗੀ। ਅਗਰ ਕਿਸੇ ਨੇ ਬਿਲਕੁਲ ਕੋਈ ਗਲਤ ਨਹੀਂ ਕੀਤਾ, ਜਾਣਬੁੱਝ ਕੇ ਉਹਨੂੰ ਪੋਲੀਟੀਕਲ ਵੈਂਡੇਟਾ ਉਹਦੇ ਤੇ ਹੋ ਰਿਹਾ, ਤਾਂ ਉਹ ਕਾਨੂੰਨ ਉਹਦੀ ਰੱਖਿਆ ਕਰੇਗਾ ਔਰ ਅਸੀਂ ਕਾਨੂੰਨੀ ਲੜਾਈ ਲੜ ਕੇ ਅਸੀਂ ਸੱਚ ਸਾਬਤ ਕਰਾਂਗੇ। ਤੁਸੀਂ ਸਾਧੂ ਸਿੰਘ ਧਰਮਸੋਤ ਦੇ ਨਾਲ ਖੜੇ ਹੋ ਇਸ ਮਾਮਲੇ ਦੇ ਵਿੱਚ? ਬਿਲਕੁਲ, ਮੈਂ ਉਹਨਾਂ ਨਾਲ ਖੜਾ, ਕਿਉਂਕਿ ਉਹ ਵਿਚਾਰੇ ਗਰੀਬ ਨੂੰ ਜਾਣਬੁੱਝ ਕੇ ਫਸਾਇਆ ਗਿਆ ਵਾ ਔਰ ਬਿਲਕੁਲ ਉਹਦਾ ਕੋਈ ਕਸੂਰ ਨਹੀਂ ਹੈਗਾ। ਸੋ ਇਸ ਕਰਕੇ ਪਹਿਲਾਂ ਹੀ ਉਹਨਾਂ ਨੂੰ ਪਿਛਲੀਆਂ ਸਰਕਾਰਾਂ ਸਮੇਂ ਵੀ ਇਨਕੁਆਇਰੀਆਂ ਹੋਈਆਂ ਨੇ ਔਰ ਕਲੀਨ ਚਿੱਟ ਮਿਲੀ ਹੋਈ ਆ, ਪਰ ਅੱਜ ਜਾਣਬੁੱਝ ਕੇ ਜਲਦਬਾਜ਼ੀ ਕਰਕੇ ਇਸ ਤਰ੍ਹਾਂ ਦੀ ਗ੍ਰਿਫਤਾਰੀ ਜਿਹੜੀ ਕਿ ਸਾਬਕਾ ਮੰਤਰੀ ਨੂੰ ਸਵੇਰੇ 3 ਵਜੇ ਪੁਲਿਸ ਗ੍ਰਿਫਤਾਰ ਕਰਦੀ ਹੈ। ਪਹਿਲੀ ਗੱਲ ਤਾਂ ਇਹੀ ਬਹੁਤ ਵੱਡਾ ਸਵਾਲੀਆ ਨਿਸ਼ਾਨ ਲੱਗਦਾ
ਕਿ ਉਹ ਕਿਹੜਾ ਕਿਤੇ ਕੋਈ ਭਗੌੜਾ ਸੀਗਾ ਜਾਂ ਉਹ ਕਿਹੜਾ ਕੋਈ ਕਿਤੇ ਲੁਕਿਆ ਹੋਇਆ ਸੀਗਾ। ਸ਼ਰੇਆਮ ਤੁਸੀਂ ਜਾ ਕੇ ਘਰੇ ਉਹਨੂੰ 3 ਵਜੇ ਗ੍ਰਿਫਤਾਰ ਕਰਦੇ ਹੋ ਤਾਂ ਇੱਥੋਂ ਹੀ ਪਤਾ ਲੱਗਦਾ ਕਿ ਕਿੰਨੀ ਜਲਦਬਾਜ਼ੀ ਵਿੱਚ ਹੋਈ ਕਾਰਵਾਈ ਹੈ। ਜੀ ਮਾਲਵਿੰਦਰ ਕੰਗ ਜੀ ਕੀ ਕਹਿਣਾ ਚਾਹੋਗੇ? ਕਹਿ ਰਹੇ ਨੇ ਕਿ ਜਲਦਬਾਜ਼ੀ ਦੇ ਵਿੱਚ ਗ੍ਰਿਫਤਾਰੀ ਕੀਤੀ ਹੈ, ਪਹਿਲਾਂ ਕਲੀਨ ਚਿੱਟ ਉਹਨਾਂ ਨੂੰ ਮਿਲੀ ਹੋਈ ਹੈ, ਸਿਰਫ ਪੋਲੀਟੀਕਲ ਵੈਂਡੇਟਾ ਹੋ ਰਿਹਾ ਹੈ, ਪੋਲੀਟੀਕਲ ਗ੍ਰਿਫਤਾਰੀ ਹੈ। ਦੇਖੋ ਪਹਿਲਾਂ ਇਹਨਾਂ ਇਹ ਕਹਿੰਦੇ ਆ ਵੀ ਬੜੇ ਗਰੀਬ ਬੰਦੇ ਆ, ਇਹਨਾਂ ਦਾ ਇੱਕ ਗਰੀਬ ਮੁੱਖ ਮੰਤਰੀ ਵੀ ਸੀ ਚਰਨਜੀਤ ਸਿੰਘ ਚੰਨੀ, ਜਿਨ੍ਹਾਂ ਦੇ ਬੱਚੇ ਜਿਹੜੇ ਆ 2-2 ਕਰੋੜ ਦੀਆਂ ਕਾਰਾਂ 'ਚ ਘੁੰਮਦੇ ਸੀ, ਜਿਨ੍ਹਾਂ ਦੇ ਘਰਾਂ 'ਚੋਂ ਰਿਸ਼ਤੇਦਾਰਾਂ 'ਚੋਂ 10-10 ਕਰੋੜ ਰੁਪਇਆ ਫੜਿਆ ਗਿਆ। ਇਹ ਸੇਮ ਇਸੇ ਕੈਟੇਗਰੀ ਦੇ ਗਰੀਬ ਹੀ ਧਰਮਸੋਤ ਸਾਹਿਬ ਹੈ, ਜਿਹਨਾਂ ਦਾ ਲਾਈਫ ਸਟਾਈਲ ਦੇਖੋਗੇ ਨਾ। ਤੋ ਇਹ ਜਿਹੜੇ ਗਰੀਬ ਹੈ ਨਾ, ਇਹ ਗਰੀਬਾਂ ਨੇ ਤੇ ਪੰਜਾਬ ਨੂੰ ਗਰੀਬ ਕੀਤਾ ਹੈ। ਤੋ ਇਹ ਸਭ ਡਰਾਮੇਬਾਜ਼ੀ ਹੈ। ਇਸ ਕਰਪਟ ਨਿਜ਼ਾਮ ਲਈ ਜ਼ਿੰਮੇਵਾਰ ਲੋਕ ਹੈ, ਪੰਜਾਬ ਦੀ ਲੁੱਟ ਖਸੁੱਟ ਲਈ ਜ਼ਿੰਮੇਵਾਰ ਲੋਕ ਹੈ। ਮਾਨ ਸਾਹਿਬ ਨੇ ਤੇ ਆਪਣਾ ਮੰਤਰੀ ਨਹੀਂ ਬਖਸ਼ਿਆ, ਜਿਹੜਾ ਕਿ ਅਜੇ 2 ਮਹੀਨੇ ਪਹਿਲਾਂ ਹੀ ਬਣਾਇਆ ਸੀ ਔਰ 1% ਦੀ ਗੱਲ ਆਈ ਸੀ। ਸੋ ਇਸ ਕਰਕੇ ਜਿਹੜੀ ਸਾਡੀ ਪਾਲਿਸੀ ਹੈ ਜ਼ੀਰੋ ਟੋਲਰੈਂਸ ਦੀ ਅਗੇਂਸਟ ਦਾ ਕਰਪਸ਼ਨ, ਔਰ ਪੰਜਾਬ ਦੇ ਲੋਕ ਸਾਡੇ ਲਈ ਸਾਡੀ ਤਵੱਕੋ ਰੱਖਦੇ ਆ ਸਾਡੇ ਤੋਂ ਮਾਨ ਸਾਹਿਬ ਦੀ ਸਰਕਾਰ। ਲੇਕਿਨ ਤੁਹਾਡੇ ਮੰਤਰੀ ਨੂੰ ਲੈ ਕੇ ਵੀ ਗੁਰਕੀਰਤ ਕੋਟਲੀ ਉਹੀ ਕਹਿ ਰਹੇ ਨੇ ਕਿ ਬਾਈ ਇਲੈਕਸ਼ਨ ਆ ਰਹੀ ਹੈ, ਪਹਿਲਾਂ ਆਪਣਾ ਮੰਤਰੀ ਗ੍ਰਿਫਤਾਰ ਕੀਤਾ, ਹੁਣ ਸਾਬਕਾ ਮੰਤਰੀ ਗ੍ਰਿਫਤਾਰ ਕੀਤਾ। ਇਲੈਕਸ਼ਨ ਦੇ ਵਿੱਚ ਇੱਕ ਤਰੀਕੇ ਨਾਲ ਦਿਖਾਉਣ ਦੀ ਕੋਸ਼ਿਸ਼ ਹੈ ਕਿ ਦੇਖੋ ਅਸੀਂ ਇਸ ਕਿਸਮ ਦੀ ਕਾਰਵਾਈ ਕਰ ਰਹੇ ਹਾਂ। ਇਲੈਕਸ਼ਨ ਤੇ ਫਿਰ 2 ਮਹੀਨਿਆਂ ਨੂੰ 4 ਮਹੀਨਿਆਂ ਨੂੰ ਕਾਰਪੋਰੇਸ਼ਨ ਦੇ ਆ ਜਾਣੇ, ਇਲੈਕਸ਼ਨ ਤੇ ਚੱਲਦੇ ਰਹਿੰਦੇ। ਇਹਦਾ ਮਤਲਬ ਕਾਰਵਾਈਆਂ ਨਾ ਹੋਣ, ਇਹ ਕੀ ਮਤਲਬ ਹੈ? ਇਹ ਕੀ ਐਕਸਕਿਊਜ਼ ਹੈ? ਇਹ ਇਲੈਕਸ਼ਨਾਂ ਦੇ ਰਾਹੀਂ ਜਿਹੜੇ ਲੋਕਾਂ ਨੂੰ ਲੁੱਟਿਆ ਆ, ਪੰਜਾਬ ਨੂੰ ਖਾਸ ਕਰ, ਔਰ ਆਪਣੇ ਘਰ ਭਰੇ ਆ, ਇਹੀ ਤੇ ਲੋਕਾਂ ਨੂੰ ਸਜ਼ਾ ਦੇਣ ਦੀ ਗੱਲ ਹੈ। ਹੁਣ ਉਹ ਸਜ਼ਾ ਦੇਣ ਰਹੇ, ਕਾਨੂੰਨ ਦੇ ਹਿਸਾਬ ਨਾਲ ਕਾਰਵਾਈ ਹੋ ਰਹੀ ਹੈ। ਇਲੈਕਸ਼ਨ ਤੇ ਹਰ ਮਹੀਨੇ 2 ਮਹੀਨੇ ਬਾਅਦ ਆ ਜਾਂਦੇ ਆ ਸਾਡੇ ਮੁਲਕ 'ਚ, ਜਿਹਦਾ ਮਤਲਬ ਕਾਰਵਾਈ ਨਾ ਹੋਵੇ ਕਿਸੇ ਤੇ, ਇਹ ਕੀ ਗੱਲ ਹੋਈ? ਸੋ ਇਲੈਕਸ਼ਨ ਨਾਲ ਜੋੜਨਾ ਇਹਨੂੰ ਮੈਨੂੰ ਲੱਗਦਾ ਬੇਬੁਨਿਆਦ ਦੀਆਂ ਗੱਲਾਂ ਹੈ, ਕੋਈ ਸੰਜੀਦਗੀ ਗੱਲ ਨਹੀਂ। ਔਰ ਇਹ ਕਾਰਵਾਈ ਜਿਹੜੀ ਹੋ ਰਹੀ ਹੈ ਕਾਨੂੰਨ ਦੇ ਹਿਸਾਬ ਨਾਲ ਹੋ ਰਹੀ ਹੈ। ਧਰਮਸੋਤ ਤੇ ਪਹਿਲਾਂ ਵੀ ਤੁਹਾਨੂੰ ਪਤਾ ਹੈ, ਤੇ ਕਾਂਗਰਸ ਦੀ ਸਰਕਾਰ ਜਦੋਂ ਵੀ ਕਿੰਨੇ ਆਰੋਪ ਲੱਗੇ ਇਹਨਾਂ ਤੇ, ਕਿਸ ਤਰ੍ਹਾਂ ਦੇ ਦੋਸ਼ ਲੱਗੇ ਇਹਨਾਂ ਤੇ, ਇਨਕੁਆਰੀਆਂ ਬੈਠੀਆਂ, ਕਲੀਨ ਚਿੱਟ ਦਿੱਤੀ ਗਈ ਸੀ। ਉਹ ਕਲੀਨ ਚਿੱਟ ਤੇ ਫਿਰ ਕੈਪਟਨ ਸਾਹਿਬ ਜਿਹੜੀ ਕਲੀਨ ਚਿੱਟਾਂ ਦਿੱਤੀਆਂ ਉਹ ਪਤਾ ਹੀ ਆਪਾਂ ਨੂੰ ਸਾਰਿਆਂ ਨੂੰ ਲੱਗ ਹੀ ਰਿਹਾ ਨਾ। ਔਰ ਕਿਸ ਤਰ੍ਹਾਂ ਦੀ ਕਲੀਨ ਚਿੱਟਾਂ ਦੀ ਕਿਹੜੀ ਸੈਟਿੰਗ, ਇਹ ਸੈਟਿੰਗ ਵਾਲਾ ਮਾਮਲਾ ਆਇਆ, ਇਹਨਾਂ ਨੇ ਵੇਖ ਲਿਆ ਮਾਨ ਸਾਹਿਬ ਨਾਲ ਸੈਟਿੰਗ ਥੋੜੀ ਹੋਣੀ। ਮਾਨ ਸਾਹਿਬ ਦੀ ਸੈਟਿੰਗ ਤੇ ਪੰਜਾਬ ਦੇ ਲੋਕਾਂ ਨਾਲ ਹੈ, ਔਰ ਪੰਜਾਬ ਦੇ ਲੋਕਾਂ ਨੂੰ ਨਿਆਂ ਚਾਹੀਦਾ, ਉਹ ਅਸੀਂ ਕਰ ਰਹੇ ਹਾਂ। ਜੀ ਗੁਰਕੀਰਤ ਕੋਟਲੀ ਜੀ, ਕਾਫੀ ਰਿਐਕਸ਼ਨ। ਦੇਖੋ ਗੱਲ ਇਹ ਹੈ ਕਿ ਜਦੋਂ ਇਹਨਾਂ ਨੇ ਆਪਣਾ ਹੀ ਮੰਤਰੀ ਗ੍ਰਿਫਤਾਰ ਕੀਤਾ ਔਰ ਉਹਦਾ ਪ੍ਰਚਾਰ ਦੇਖੋ ਕਿੱਡਾ ਵੱਡਾ ਕੀਤਾ, ਫੁੱਲ ਪੇਜ ਐਡਵਰਟਾਈਜ਼ਮੈਂਟ ਗੁਜਰਾਤ ਦੇ ਅਖਬਾਰਾਂ 'ਚ ਲੱਗੀਆਂ ਨੇ ਔਰ ਹਿਮਾਚਲ ਦੇ ਪ੍ਰਦੇਸ਼ ਦੇ ਵਿੱਚ ਅਖਬਾਰਾਂ 'ਚ ਲੱਗੀਆਂ ਨੇ। ਉਹਨੂੰ ਇਹ ਇਸ ਤਰ੍ਹਾਂ ਮਤਲਬ ਪੇਸ਼ ਕਰ ਰਹੇ ਨੇ ਵੀ ਸਾਡੀ ਹੀ ਪਾਰਟੀ ਜਿਹੜੀ ਆ ਉਹ ਕਰਪਸ਼ਨ ਦੇ ਖਿਲਾਫ ਲੜ ਰਹੀ ਆ। ਮੈਂ ਇਹਨਾਂ ਨੂੰ ਯਾਦ ਕਰਾਉਣਾ ਚਾਹੁੰਦਾ, 2002 ਦੇ ਵਿੱਚ ਜਦੋਂ ਕੈਪਟਨ ਅਮਰਿੰਦਰ ਸਿੰਘ ਜੀ ਦੀ ਕਾਂਗਰਸ ਦੀ ਸਰਕਾਰ ਬਣੀ ਸੀ, ਉਸ ਸਮੇਂ ਪਬਲਿਕ ਸਰਵਿਸ ਕਮਿਸ਼ਨ ਦਾ ਬਹੁਤ ਵੱਡਾ ਘੁਟਾਲਾ ਸਾਹਮਣੇ ਆਇਆ ਸੀਗਾ ਔਰ ਵੱਡੀਆਂ ਗ੍ਰਿਫਤਾਰੀਆਂ ਹੋਈਆਂ ਸੀਗੀਆਂ ਔਰ ਉਸ ਸਮੇਂ ਸ਼ਰੇਆਮ ਬੈਂਕਾਂ ਦੇ ਵਿੱਚੋਂ ਨੋਟ ਫੜੇ ਗਏ ਸੀ। ਸੋ ਇਸ ਕਰਕੇ ਕਾਂਗਰਸ ਪਾਰਟੀ ਆ ਜਿਹੜੀ ਕਰਪਸ਼ਨ ਦੇ ਖਿਲਾਫ ਹਮੇਸ਼ਾ ਲੜਾਈ ਲੜਦੀ ਰਹੀ ਆ ਔਰ ਇਹ ਕੋਈ ਨਵੀਂ ਗੱਲ ਨਹੀਂ ਕਰ ਰਹੇ। ਇਹ ਐਵੇਂ ਜਾਣਬੁੱਝ ਕੇ ਲੋਕਾਂ ਦੇ ਵਿੱਚ ਬਣੇ ਰਹਿਣ ਦੇ ਲਈ, ਆਪਣੀਆਂ ਨਾਕਾਮੀਆਂ ਨੂੰ ਲੁਕਾਉਣ ਦੇ ਲਈ ਇਹ ਕਿਹੜੀਆਂ ਕਾਰਵਾਈਆਂ ਕਰ ਰਹੇ ਨੇ, ਇਹ ਸਾਨੂੰ ਨਾ ਦੱਸਣ, ਸਾਨੂੰ ਪਹਿਲਾਂ ਹੀ ਪਤਾ। ਔਰ ਅਸੀਂ ਹਮੇਸ਼ਾ ਕਰਪਸ਼ਨ ਦੇ ਖਿਲਾਫ ਲੜਾਈ ਲੜੀ ਆ। ਪਰ ਮੈਂ ਸਮਝਦਾ ਕਿ ਜਿਵੇਂ ਇਹਨਾਂ ਨੇ ਸਿਕਿਉਰਿਟੀ ਇਸ਼ੂ ਨੂੰ ਇੱਕ ਪੋਲੀਟੀਕਲ ਐਂਗਲ ਦਿੱਤਾ ਔਰ ਉਹਨੂੰ ਐਡਵਰਟਾਈਜ਼ਮੈਂਟ ਕੀਤਾ ਔਰ ਉਸ ਤੋਂ ਬਾਅਦ ਇਹਨਾਂ ਨੂੰ ਬੈਕਫੁੱਟ ਤੇ ਆਉਣਾ ਪਿਆ। ਅੱਜ ਇਹ ਕਰਪਸ਼ਨ ਨੂੰ ਲੈ ਕੇ ਬਹੁਤ ਵੱਡਾ ਵਾਹ ਬੁਲੇਲਾ ਖੜਾ ਕਰ ਰਹੇ ਨੇ, ਉਹਨੂੰ ਐਡਵਰਟਾਈਜ਼ ਕਰ ਰਹੇ ਨੇ, ਅਖਬਾਰਾਂ ਦੇ ਵਿੱਚ ਦੇ ਰਹੇ ਨੇ ਕਿ ਅਸੀਂ ਦੇਖੋ ਪਹਿਲੀ ਸਰਕਾਰ ਆ, ਇਤਿਹਾਸ ਅਸੀਂ ਸਿਰਜ ਦਿੱਤਾ। ਬਹੁਤ ਸਾਰੇ ਅੱਗੇ ਵੀ ਵਜ਼ੀਰ ਜਿਹੜੇ ਨੇ ਉਹ ਹਟਾਏ ਗਏ ਨੇ ਕਰਪਸ਼ਨ ਦੇ ਤਹਿਤ, ਚਾਹੇ ਉਹ ਸੈਂਟਰ ਦੇ ਵਿੱਚ ਸਰਕਾਰਾਂ ਸੀਗੀਆਂ ਕਾਂਗਰਸ ਦੀਆਂ, ਚਾਹੇ ਸੂਬਿਆਂ ਦੇ ਵਿੱਚ ਸੀਗੀਆਂ। ਸੋ ਇਸ ਕਰਕੇ ਇਹ ਕੋਈ ਨਵੀਂ ਗੱਲ ਨਹੀਂ ਕੀਤੀ, ਪਰ ਇਹਨੂੰ ਇਸ ਤਰ੍ਹਾਂ ਪੇਸ਼ ਕੀਤਾ ਜਾ ਰਿਹਾ ਕਿ ਸ਼ਾਇਦ ਇਹੀ ਆਪ ਸਰਕਾਰ ਆ ਜਿਹੜੀ ਕਿ ਨਵੇਂ ਸਿਰਿਓਂ ਇੱਕ ਪਹਿਲੀ ਕਦਮ ਜਿਹੜੀ ਆ ਉਹ ਚੱਕ ਰਹੀ ਹੈ। ਸੋ ਇਸ ਕਰਕੇ ਇਹ ਲੋਕਾਂ ਨੂੰ ਜਾਣ-ਬੁੱਝ ਕੇ ਇਹ ਦਿਖਾਉਣ ਦੀ ਕੋਸ਼ਿਸ਼ ਹੋ ਰਹੀ ਹੈ, ਹੋਰ ਇਹਦੇ ਪਿੱਛੇ ਕੋਈ ਕੁਝ ਨਹੀਂ ਹੈਗਾ। ਜੀ ਮਲਵਿੰਦਰ ਕੰਗ ਜੀ, ਇੱਕ ਆਖਰੀ ਰਿਐਕਸ਼ਨ ਜੋ ਗੁਰਕੀਰਤ ਕੋਟਲੀ ਕਹਿ ਰਹੇ ਨੇ ਕਿ ਅਸਲ ਦੇ ਵਿੱਚ ਜੋ ਸਿਕਿਉਰਿਟੀ ਵਾਲਾ ਇਸ਼ੂ ਉੱਠਿਆ, ਸਿਕਿਉਰਿਟੀ ਜੋ ਕਟੌਤੀ ਕੀਤੀ ਗਈ, ਉਸ ਮਾਮਲੇ ਦੇ ਵਿੱਚ ਬੈਕਫੁੱਟ ਤੇ ਆ ਗਈ ਸਰਕਾਰ। ਹੁਣ ਉਸ ਇਹਨਾਂ ਦੀ ਸਰਕਾਰ 'ਚ ਟਾਈਮ ਨਹੀਂ ਹੋਈ ਕਿ ਪੰਜਾਬ ਦੇ ਲੋਕਾਂ ਨੇ ਜਿਹੜਾ ਮੈਂਡੇਟ ਦਿੱਤਾ ਆ ਉਹ ਇਹਨਾਂ ਦੇ ਮਿਸਰੂਲ ਕਰਕੇ, ਕਰਪਟ ਰੂਲ ਕਰਕੇ ਦਿੱਤਾ ਹੈ। तो ये तो पब्लिक जाके गल करन फोक टीवी से गल करनी होर है, पता लग जूगा किन्ने किन्ने इल्जाम लगे आ। सारी दुनिया जानती आ भी किस तरह मिसरूल रहा है 5 साल कैप्टन साहब कांग्रेस चन्नी साहब का और उस तो पहला